ਜਿਵੇਂ ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਉਸੇ ਤਰ੍ਹਾਂ ਸਿਆਸੀਆਂ ਪਾਰਟੀਆਂ ਦੇ ਵਿੱਚ ਫੇਰ ਬਦਲ ਵੀ ਸ਼ੁਰੂ ਹੋ ਗਈ ਹੈ। ਖਬਰ ਨਾਭਾ ਤੋਂ ਹੈ, ਜਿੱਥੇ ਕਿ ਕਾਂਗਰਸ ਦੀ ਮਹਿਲਾ ਪ੍ਰਧਾਨ ਰੀਨਾ ਬਾਂਸਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਸੋਮਨਾਥ ਢਾਲ ਦੇ ਵੱਲੋਂ ਕਾਂਗਰਸ ਨੂੰ ਅਲਵਿਦਾ ਕਿਹਾ ਗਿਆ। ਉਹਨਾਂ ਨੇ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ। ਇਸ ਮੌਕੇ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਜਿਸ ਦੌਰਾਨ ਉਹ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ 'ਚ ਸ਼ਾਮਿਲ ਹੋਏ। इस मौके उत्ते रीना बांसल और सोमनाथ ढाल ने कांग्रेस पार्टी के खिलाफ जम के भड़ास कढ़ी। रीना बांसल का कहना सी कि उन्होंने कांग्रेस नूं जिताउण दे लई बहुत मेहनत की, पर पार्टी दे विच बनदी इज्जत ना मिलन कारण पार्टी छड्डण दा फैसला लिया। वर्कर दी कदर ना होवे ना पार्टी दे विच, फिर उस वर्कर नूं उस पार्टी च नहीं रहना चाहिए। जिस वर्कर ने मेहनत कीता उन्दी मेहनत नहीं कीती। एक वर्कर ने सारे शहर नूं दिस रही है मेहनत कीती हुई, पर वो मेहनत मंत्री जी नूं नहीं दिसी। फिर ਉਹਦੇ ਹਿਸਾਬ ਨਾਲ ਕਿ ਵੀ ਫਿਰ ਉਸ ਪਾਰਟੀ 'ਚ ਰਹਿਣ ਦਾ ਮੈਨੂੰ ਕੋਈ ਵਧੀਆ ਲੱਗ ਨਹੀਂ ਸੀ ਰਿਹਾ ਕਿ ਵੀ ਮੈਂ ਇਸ ਪਾਰਟੀ ਦੇ ਵਿੱਚ ਰਵਾਂ, ਕਿਉਂਕਿ ਨਾ ਹੀ ਮੈਨੂੰ ਇਹਨਾਂ ਨੇ ਕਿਸੇ ਵੀ ਮੀਟਿੰਗ 'ਚ ਬੁਲਾਉਣਾ ਵੀ ਬੰਦ ਕਰਤਾ ਸੀ। ਕਿਸੇ ਮੀਟਿੰਗ 'ਚ ਨਹੀਂ ਸੀ ਬੁਲਾਉਂਦੇ। ਫਿਰ ਮੈਨੂੰ ਜਦੋਂ ਲੋਕ ਕਹਿੰਦੇ ਸੀ ਕਿ ਤੁਸੀਂ ਆਏ ਨਹੀਂ ਜਾਂ ਕਿੱਦਾਂ, ਫਿਰ ਉਹ ਸਾਰੇ MC ਜਾਂਦੇ ਸੀ। ਰੇਹੜੀਆਂ ਵੀ ਇਹਨਾਂ ਨੇ ਵੰਡੀਆਂ ਆ। ਉਸ ਰੇਹੜੀਆਂ ਦੇ ਵਿੱਚ ਹਾਰੇ ਹੋਏ MC ਵੀ ਸੀ, ਜਿੱਤੇ ਹੋਏ ਵੀ MC ਵੀ ਸੀ, ਪਰ ਮੈਨੂੰ ਨਹੀਂ ਬੁਲਾਇਆ। ਗੁਰਪ੍ਰੀਤ ਜੀ ਨੇ ਵੀ ਇੱਕ ਮੀਟਿੰਗ ਰੱਖੀ ਸੀਗੀ, ਉਹਦੇ ਵਿੱਚ ਵੀ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ ਸੀ, ਹਾਰਿਆਂ ਨੂੰ ਵੀ ਜਿੱਤਿਆਂ ਨੂੰ ਵੀ, ਪਰ ਉਹਦੇ ਵਿੱਚ ਵੀ ਮੈਨੂੰ ਕੋਈ ਨਹੀਂ। ਫਿਰ ਇੱਦਾਂ ਦੇ ਅਹੁਦੇ ਨੂੰ ਵੀ ਕੀ ਕਰਨਾ। ਦੇਖੋ, ਇੱਕ ਤਾਂ ਚਲੋ MC ਦਾ ਅਲੱਗ ਗੱਲ ਹੋ ਗਈ ਨਾ, ਪਰ ਇੱਕ ਬਲੋਕ ਪ੍ਰੈਜ਼ੀਡੈਂਟ ਹੁੰਦੇ ਹੋਏ, ਅਹੁਦੇਦਾਰ ਹੁੰਦੇ ਹੋਏ, ਉਹਦੇ ਵਿੱਚ ਵੀ ਮੈਨੂੰ ਕਿਤੇ ਵੀ ਬੁਲਾਉਣਾ ਨਹੀਂ ਇਹਨਾਂ ਨੇ ਚਾਹਿਆ, ਤਾਂ ਉਹਦੇ ਲਈ ਮੈਨੂੰ ਇੱਦਾਂ ਦੇ ਅਹੁਦੇ ਦੀ ਲੋੜ ਨਹੀਂ ਹੈ। ਤੁਸੀਂ ਮਹਿਲਾ ਦੇ ਪ੍ਰਧਾਨ ਰਹੇ ਹੋ ਬਲਾਕ ਦੇ, ਇੱਦਾਂ ਦੀ ਅਣਦੇਖੀ ਕਿਉਂ ਕੀਤੀ ਗਈ ਫਿਰ ਕਾਂਗਰਸ ਵੱਲੋਂ? ਦੇਖੋ, ਇਹ ਤਾਂ ਇਹਨਾਂ ਨੂੰ ਹੀ ਪਤਾ ਨਾ, ਪਰ ਮੈਂ ਤਾਂ ਹਰੇਕ ਮੀਟਿੰਗ 'ਤੇ ਜਾਂਦੀ ਸੀ। ਕੋਈ ਇੱਦਾਂ ਦਾ ਮੈਨੇ ਨਹੀਂ ਸੀ ਕੀਤਾ ਕਿ ਵੀ ਕਿਸੇ ਮੀਟਿੰਗ 'ਤੇ ਨਾ ਪਹੁੰਚੀ ਹੋਵੇ, ਜਾਂ ਇਹਨਾਂ ਦੇ ਇਲੈਕਸ਼ਨਾਂ ਦੇ ਵਿੱਚ ਵੀ ਮੈਂ ਸਾਥ ਨਾ ਦਿੱਤਾ ਹੋਵੇ। ਮੈਂ ਇਲੈਕਸ਼ਨਾਂ 'ਚ ਵੀ ਪੂਰਾ ਸਾਥ ਦਿੱਤਾ ਸੀ। ਮੈਨੇ ਆਪਣਾ ਘਰ-ਬਾਰ, ਬੱਚੇ ਰੋਲ ਕੇ, ਸਭ ਕੁਝ ਛੱਡ ਕੇ ਮੈਂ ਇਹਨਾਂ ਲਈ ਸਵੇਰ ਤੋਂ ਲੈ ਕੇ ਰਾਤ ਤੱਕ ਇਹਨਾਂ ਲਈ ਕੀਤੀ ਸੇਵਾ, ਪਰ ਇਹਨਾਂ ਨੂੰ ਉਹ ਸੇਵਾ ਵੀ ਨਹੀਂ ਦਿਸੀ। ਮਹਾਰਾਣੀ ਪ੍ਰਨੀਤ ਕੌਰ MP ਹੈ। MP ਇਲੈਕਸ਼ਨ ਵੀ ਮੈਂ ਕੀਤੇ ਸੀ, ਔਰ MLA ਇਲੈਕਸ਼ਨ 'ਚ ਵੀ ਮੈਂ 23 ਦੇ 23 ਵਾਰਡ ਕੀਤੇ। ਲੋਕੀ ਤਾਂ ਆਪਣਾ ਵਾਰਡ ਕਰਾਉਂਦੇ ਸੀ ਨਾ MC, ਪਰ ਮੈਨੇ 23 ਦੇ 23 ਵਾਰਡ ਇੱਕ ਬਲੋਕ ਪ੍ਰੈਜ਼ੀਡੈਂਟ ਹੁੰਦੇ ਹੋਏ ਮੈਨੂੰ ਹਰੇਕ ਕਿਤੇ ਕਹਿੰਦੇ ਸੀ ਕਿ ਵੀ 23 ਦੇ 23 ਵਾਰਡ ਕਰਨੇ। ਔਰ ਮੈਂ ਪਹਿਲਾਂ ਲੇਡੀਜ਼ ਇਕੱਠੀਆਂ ਕਰਦੀ ਸੀ। ਲੇਡੀਜ਼ ਇਕੱਠੀ ਕਰਕੇ ਉਹਨਾਂ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਆਪਣੇ ਨਾਲ ਤੋਰਨਾ। ਦੇਖੋ, ਜੇ ਮੇਰੇ ਨਾਲ ਕੋਈ ਲੇਡੀ ਤੁਰੂਗੀ, ਉਹ ਵੀ ਚਾਹੂਗੀ ਕਿ ਵੀ ਮੈਨੂੰ ਵੀ ਕੁਝ ਮਿਲੇ, ਪਰ ਜਿਹੜੀ ਬਲੋਕ ਪ੍ਰੈਜ਼ੀਡੈਂਟ ਨੂੰ ਨਹੀਂ ਕੁਝ ਮਿਲ ਰਿਹਾ ਸੀ, ਤਾਂ ਉਹ ਵੀ ਅੱਗੇ ਕੀ ਕਿਸੇ ਨੂੰ ਅਹੁਦਾ ਦਿੰਦੀ ਜਾਂ ਕੁਝ ਕਰਦੀ। ਤੁਸੀਂ ਨਗਰ ਕੌਂਸਲ ਦੀਆਂ ਚੋਣਾਂ ਵੀ ਲੜੀਆਂ, ਤੁਹਾਨੂੰ ਵਾਰਡ ਦਿੱਤਾ ਨਹੀਂ ਗਿਆ, ਹੋਰ ਵਾਰਡ ਵਿੱਚ ਸ਼ਿਫਟ ਕਰ ਦਿੱਤਾ, ਉੱਥੇ ਵੀ ਤੁਹਾਡੀ ਕਾਫੀ ਖਿਲਾਫਤ ਹੋਈ। ਦੇਖੋ, ਮੇਰੀ ਤਾਂ ਟਿਕਟ ਹੀ ਕੱਟਤੀ ਸੀ ਇਹਨਾਂ ਨੇ। ਮੈਂ 13 ਨੰਬਰ 'ਚੋਂ ਇਲੈਕਸ਼ਨ ਲੜੀ ਸੀਗੀ ਪਹਿਲਾਂ, ਪਰ ਇਹਨਾਂ ਨੇ 13 ਨੰਬਰ 'ਚੋਂ ਕਿ ਕਿਸੇ ਵੀ ਵਾਰਡ 'ਚੋਂ ਮੇਰੀ ਟਿਕਟ ਹੀ ਕੱਟਤੀ ਸੀਗੀ। ਕੋਈ ਟਿਕਟ ਨਹੀਂ ਮੇਰੇ ਨਾਮ ਸੀ, ਬਾਕੀਆਂ ਦੇ ਨਾਮ ਸੀਗੇ, ਪਰ ਮੇਰਾ ਨਹੀਂ ਸੀਗਾ। ਦੇਖੋ, ਟਿਕਟ ਕੱਟਣ ਦੇ ਬਾਵਜੂਦ ਵੀ ਤੁਹਾਡੀ ਮਦਦ ਕਰਨੇ ਕਾਂਗਰਸੀ ਤੁਹਾਡੀ ਉਲਟ ਚਲੀ ਗਿਆ। ਹਾਂਜੀ, ਉਹ ਦੇਖੋ, ਟਿਕਟ ਮੇਰੀ ਆਈ, ਉੱਪਰੋਂ ਆਈ, ਰਾਹੁਲ ਜੀ ਕੋ ਆਈ, ਹਰੀਸ਼ ਰਾਵਤ ਜੀ ਨੇ फ़ोन ਕੀਤੇ 3 ਕਿ ਵੀ ਇਹਨੂੰ ਟਿਕਟ ਦਿਓ, ਔਰ ਉਹਨਾਂ ਨੇ ਇਹੀ ਕਿਹਾ ਸੀ ਕਿ ਵੀ ਉਹ ਜਿਸ ਵਾਰਡ 'ਚੋਂ ਮੰਗ ਰਹੀ ਹੈ ਉਸੇ ਵਾਰਡ 'ਚ ਦਿਓ। ਪਰ ਫਿਰ ਵੀ ਮੈਨੂੰ ਮੰਤਰੀ ਜੀ ਘਰ ਆ ਕੇ ਕਹਿੰਦੇ ਕਿ ਵੀ ਜਿਹੜੀ ਟਿਕਟ ਆ, ਮੇਰੇ ਕਹੇ 'ਤੇ ਤੂੰ ਮੇਰੀ ਕੁੜੀ ਆ, ਤੂੰ 7 ਨੰਬਰ ਤੋਂ ਜਿੱਤਣਾ ਹੈ, ਤੂੰ ਮੇਰੇ ਕਹੇ 'ਤੇ ਤੂੰ 7 ਨੰਬਰ 'ਚੋਂ ਲੜ। ਮੈਂ ਫਿਰ ਵੀ ਉਹਨਾਂ ਦੇ ਕਹੇ 'ਤੇ ਚੱਲੀ। ਮੈਂ ਇਹ ਨਹੀਂ ਕਿਹਾ ਕਿ ਵੀ ਮੈਨੂੰ ਅੜੀ ਨਹੀਂ, ਮੈਂ ਕਿ ਮੈਨੂੰ 13 'ਚ ਹੀ ਦਿਓ, ਪਰ ਉਹਨਾਂ ਨੇ ਫਿਰ ਵੀ ਦੇਖੋ, ਉਹਨਾਂ ਦੀ ਮੈਂ ਮਾਨ ਇੱਜ਼ਤ ਰੱਖਦੇ ਹੋਏ ਮੈਂ ਉਹਨਾਂ ਦੇ ਕਹੇ 'ਤੇ ਮੈਂ 7 ਨੰਬਰ ਵਾਰਡ 'ਚੋਂ ਲੜੀ। ਪਰ ਉਹਨਾਂ ਨੇ ਫਿਰ ਵੀ ਦੂਜੇ ਜਿਹੜੇ ਕਾਂਗਰਸ ਵਰਕਰ ਸੀਗੇ, ਉਹਨਾਂ ਨੂੰ ਹੀ ਦੂਜੇ ਪਾਸੇ ਹੀ ਤੋਰਤਾ ਆਜ਼ਾਦ ਉਮੀਦਵਾਰ ਦੇ ਨਾਲ। ਕਿਹੜੇ ਸੀ ਜਿਹੜੇ ਹੈਗੇ ਤੁਹਾਡੇ? ਦਲੀਪ ਬਿੱਟੂ ਸੀ, ਆਸ਼ੂ ਡੈਰੀ ਵਾਲਾ ਸੀ। ਉਹਨਾਂ ਮੇਰੀ ਗੱਲ ਕਰਾਈ ਸੀਗੀ ਇਹਨਾਂ ਨੇ ਇੱਥੇ ਬੈਠ ਕੇ, ਘਰ ਬੈਠ ਕੇ, ਕਿ ਵੀ ਉਹ ਤੇਰੀ ਮਦਦ ਕਰੂਗਾ। ਮੇਰੇ ਨਾਲ ਉਹਨਾਂ ਦੀ ਗੱਲ ਵੀ ਹੋਈ ਸੀ। ਉਹਨਾਂ ਨੇ ਕਿਹਾ ਸੀ, ਤਨੋ ਮਨੋ ਤਨੋ, ਤੂੰ ਮੇਰੀ ਛੋਟੀ ਭੈਣ ਆ, ਮੈਂ ਤੇਰੇ ਨਾਲ ਖੜੂੰਗਾ ਔਰ ਤੈਨੂੰ ਜਿਤਾ ਕੇ ਇੱਥੋਂ ਭੇਜਾਂਗੇ। ਪਰ ਉਹਨਾਂ ਨੇ ਹੀ ਉਹ ਕਰ ਦਿੱਤਾ। ਜਦੋਂ ਮੈਂ ਪੇਪਰ ਫਾਈਲ ਕਰਨੇ ਸੀ, 1 ਤਰੀਕ ਨੂੰ ਮੈਂ ਪੇਪਰ ਫਾਈਲ ਕਰਨੇ ਸੀ, 30 ਤਰੀਕ ਨੂੰ ਇਹਨਾਂ ਨੇ ਮੈਨੂੰ ਉਹ ਕਰਤਾ ਸੀਗਾ। ਸਗੋਂ ਇਹ ਤਾਂ ਇਹ ਕਹਿਣ ਲੱਗ ਗਏ ਸੀ, ਤੁਸੀਂ ਬੋਲੋ ਕਿੰਨੇ ਪੈਸੇ ਚਾਹੀਦੇ ਆ, ਤੁਸੀਂ ਬੈਠ ਜਾਓ। ਮੈਨੂੰ ਇੱਥੇ ਤੱਕ ਵੀ ਇਹਨਾਂ ਨੇ ਆਫਰ ਦਿੱਤੀ ਬੁਲਾ ਕੇ ਘਰ, ਕਿ ਮੈਂ ਕਿਹਾ ਨਹੀਂ, ਮੈਂ ਬੈਠਣ ਲਈ ਨਹੀਂ ਸੀ ਖੜੀ ਹੋਈ। ਮੈਂ ਖੜੀ ਹੋਈ ਹਾਂ ਤਾਂ ਇੱਕ ਆਪਣੀ ਦਮ 'ਤੇ ਖੜੀ ਹਾਂ। ਜਿੱਤ ਹਾਰ ਮੇਰੀ ਨਹੀਂ, ਇਹ 'ਚ ਮੰਤਰੀ ਜੀ ਦੀ ਜਿੱਤ ਹਾਰ ਆ, ਕਿਉਂਕਿ ਵਾਰਡ ਉਹਨਾਂ ਨੇ ਦਿੱਤਾ ਮੈਨੂੰ। ਮੇਰਾ ਵਾਰਡ 13 ਹੁੰਦਾ ਤਾਂ ਮੈਂ 13 ਨੰਬਰ ਵਾਰਡ 'ਚੋਂ ਜਿੱਤ ਪ੍ਰਾਪਤ ਕਰਦੀ। ਉਹਨਾਂ ਨੂੰ ਪਤਾ ਵੀ ਸੀ, ਹਰੇਕ ਸਾਰੇ ਸ਼ਹਿਰ ਨੂੰ ਪਤਾ ਸੀ 13 'ਚੋਂ ਇਹ ਜਿੱਤ ਹੈ ਇਹਦੀ ਪੂਰੀ, ਪਰ ਇਹਨਾਂ ਨੇ ਮੈਨੂੰ ਫਿਰ ਵੀ 7 ਨੰਬਰ 'ਚੋਂ ਦਿੱਤੀ। ਉੱਥੋਂ ਪਤਾ ਹੀ ਸੀ ਹਾਰਾਂਗੇ, ਕਿਉਂਕਿ ਉੱਥੇ ਕੋਈ ਜਾਣਦਾ ਨਹੀਂ ਸੀ, ਕੋਈ ਕੁਛ ਨਹੀਂ। ਫਿਰ ਮੈਂ ਕਿੱਦਾਂ ਜਾਣਨ ਦੇ ਬਾਵਜੂਦ ਵੀ ਜਿਹੜੇ ਸਪੋਰਟ ਕਰਨ ਲਈ ਤੁਹਾਡੀ ਕਾਂਗਰਸ ਦੀ ਜਿਹੜੇ ਹੈਗੇ ਤੇ ਉਹ ਕਰਦੇ, ਉਹਨਾਂ ਵੀ ਤੁਹਾਡੇ ਖਿਲਾਫ ਹੋਏ।
ਉਹ ਵੀ ਹੋਏ, ਉਹ ਕਹਿੰਦੇ, ਉਹ ਖੁਦ ਕਹਿੰਦੇ ਸਾਨੂੰ ਮੰਤਰੀ ਜੀ ਨੇ ਕਿਹਾ ਕਿ ਦੂਜੇ ਪਾਸੇ ਚੱਲੋ। ਉਹ ਕਹਿੰਦੇ ਜੇ ਸਾਨੂੰ ਮੰਤਰੀ ਜੀ ਕਹਿੰਦੇ ਇੱਕ ਵਾਰ ਵੀ ਕਹਿੰਦੇ ਕਿ ਵੀ ਨਹੀਂ ਤੁਸੀਂ ਰੀਨਾ ਦੀ ਸਪੋਰਟ ਕਰਨੀ ਆ, ਅਸੀਂ ਕਿੱਦਾਂ ਪਾਸੇ ਹੋ ਜਾਂਦੇ। ਕਹਿੰਦੇ ਜਦ ਸਾਨੂੰ ਉਹਨਾਂ ਨੇ ਉੱਧਰ ਕਿਹਾ ਸੀ ਕਿ ਮੋਂਟੂ ਭੂਜਾ ਦੇ ਨਾਲ ਤੁਰਨਾ ਆ, ਤੇ ਇਸ ਕਰਕੇ ਦੇਖੋ ਫਿਰ ਦਾ ਫਾਇਦਾ ਕੀ ਹੋਇਆ ਮੰਤਰੀ ਦਾ? ਉਹੀ ਤਾਂ ਦੇਖੋ, ਉਹੀ ਤਾਂ ਮੈਨੂੰ ਨਹੀਂ ਸਮਝ ਆਈ, ਅੱਜ ਤੱਕ ਮੈਨੂੰ ਨਹੀਂ ਸਮਝ ਆਈ। ਜਿੱਥੇ ਬੇਟੀ ਕਰਦੇ ਸੀ, ਇੱਕ ਬੇਟੀ ਨੂੰ ਇਹਨਾਂ ਨੇ ਰੋਲ ਦਿੱਤਾ। ਦੇਖੋ ਇੱਕ ਤਾਂ ਹੋਵੇ ਮਿਹਨਤ ਨਾ ਕੀਤੀ ਹੋਵੇ, ਇੱਕ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਵੀ ਮਿਹਨਤ ਕੀਤੀ ਆ ਦਿਨ ਰਾਤ ਇੱਕ ਕਰਕੇ। ਕਿਤੇ ਵੀ ਗਈ ਹਾਂ ਮੈਂ ਇਕੱਲੀ ਗਈ ਹਾਂ, ਮੈਂ ਆਪਣੇ ਹਸਬੈਂਡ ਨੂੰ ਨਹੀਂ ਲੈ ਕੇ ਗਈ, ਇਹ ਘਰ ਹੁੰਦੇ ਸੀ ਬੱਚਿਆਂ ਕੋਲ, ਮੈਂ ਜਾਂਦੀ ਰਹੀ। ਪਰ ਫਿਰ ਵੀ ਉਸ ਲੇਡੀ ਦੀ ਕਦਰ ਨਾ ਹੋਵੇ, ਫਿਰ ਦੇਖੋ ਉਸ ਪਾਰਟੀ ਦਾ ਤਾਂ ਕੋਈ ਉਹ ਨਹੀਂ, ਉਹ ਕੁੜੀ ਬਣਾਉਣ ਦਾ ਵੀ ਕੋਈ ਉਹ ਨਹੀਂ, ਕੁੜੀ ਕਹਿਣ ਦਾ ਵੀ ਕੋਈ ਫਾਇਦਾ ਨਹੀਂ ਸੀ ਨਾ। ਦੂਜੀਆਂ ਪਾਰਟੀਆਂ ਜੁਆਇਨ ਹੋਈਆਂ ਤਾਂ ਸਿਰ ਤੇ ਬਿਠਾਇਆ ਹੋਇਆ ਮੰਤਰੀ ਸਾਹਿਬ ਨੇ, ਤੁਸੀਂ ਇੰਨੀ ਤੇ ਪਾਰਟੀ ਸੇਵਾ ਕੀਤੀ, ਤੁਹਾਨੂੰ ਉਹੀ ਤਾਂ ਜਿਹੜੇ ਬਾਅਦ 'ਚੋਂ ਆਏ ਆ, ਉਹ ਤਾਂ ਦੇਖੋ ਉਹ ਤਾਂ ਖੁਦ ਹੀ ਕਹਿ ਰਹੇ ਆ ਅਸੀਂ ਬਾਅਦ 'ਚ ਆਏ ਹਾਂ, ਤਾਂ ਸਾਨੂੰ ਦੇਖੋ ਸਾਨੂੰ ਟਿਕਟ ਵੀ ਮਿਲੀ ਆ, ਜਿਹੜੇ ਅਕਾਲੀ ਵੱਲੋਂ ਆਏ ਨਾ ਉਹਨੂੰ ਨਾਲ ਦੀ ਨਾਲ ਟਿਕਟ ਮਿਲੀ ਆ, ਸਭ ਕੁਝ ਹੋਇਆ। ਪਰ ਜਿਹੜਾ ਵਰਕਰ ਜਿਹੜਾ ਕੰਮ ਕੀਤਾ ਜਦੋਂ ਸਰਕਾਰ ਵੀ ਨਹੀਂ ਸੀਗੀ, ਉਦੋਂ ਇਲੈਕਸ਼ਨ ਲੜੀਆਂ, ਪਰ ਫਿਰ ਵੀ ਉਹਦੀ ਵੈਲਿਊ ਨਾ ਹੋਵੇ ਤਾਂ ਉਹਦੀ ਤਾਂ ਕੋਈ ਉਹ ਨਹੀਂ ਨਾ ਗਾ, ਉਹਨੂੰ ਤਾਂ ਨਾਲ ਤੁਰਨ ਦਾ ਕੋਈ ਫਾਇਦਾ ਹੀ ਨਹੀਂ। ਫਿਰ ਜਿਹਦੀ ਪੁੱਛ ਵੀ ਨਾ ਹੋਵੇ, ਬਲੋਕ ਪ੍ਰੈਜ਼ੀਡੈਂਟ ਤੇ ਨਾਮ ਦੀ ਬਲੋਕ ਪ੍ਰੈਜ਼ੀਡੈਂਟ ਥੋੜ੍ਹੀ ਨਾ ਹੁੰਦੀ ਆ। ਫਿਰ ਕੀ ਫਾਇਦਾ ਉਹਦੇ ਦੇਣ ਦਾ? ਹਾਂਜੀ, ਫਿਰ ਉਹਦੇ ਦੇਣ ਦਾ ਹੀ ਫਾਇਦਾ ਨਹੀਂ, ਜਦੋਂ ਵੈਲਿਊ ਨਹੀਂ, ਲੇਡੀਜ਼ ਦੀ ਵੈਲਿਊ ਨਹੀਂ ਹੈ ਇਸ ਪਾਰਟੀ ਦੇ ਵਿੱਚ, ਫਿਰ ਉਹ ਲੇਡੀਜ਼ ਨੇ ਰਹਿ ਕੇ ਵੀ ਕੀ ਕਰਨਾ ਉੱਥੇ। ਤੁਹਾਡੇ ਹੁਣ ਹੋਰ ਵੀ ਨਾਲ ਹੋਣਗੇ ਲੇਡੀਜ਼, ਤੁਸੀਂ ਹੁਣ ਉਹ ਅਕਾਲੀ ਦਲ 'ਚ ਲੈ ਕੇ ਜਾਓਗੇ ਉਹਨੂੰ ਸਾਰੇ? ਦੇਖੋ ਹਾਂ, ਮੈਂ ਤਾਂ ਆਪਣੇ ਜਿਹੜੇ ਮੇਰੇ ਸਾਥੀ ਮੈਂ ਤਾਂ ਆਪਣੇ ਨੂੰ ਉੱਧਰ ਕਰੂੰਗੀ ਨਾ। ਕੱਲ੍ਹ ਸੁਖਬੀਰ ਬਾਦਲ ਨੇ ਤੁਹਾਨੂੰ ਸਨਮਾਨ ਦਿੱਤਾ, ਕਿਸ ਤਰ੍ਹਾਂ ਦਾ ਭਰੋਸਾ ਦਿੱਤਾ ਪਾਰਟੀ ਵਿੱਚ? ਦੇਖੋ ਉਹਨਾਂ ਨੇ ਤਾਂ ਪੂਰਾ ਦਿੱਤਾ ਹੈ, ਪਰ ਬਾਕੀ ਦੇਖੋ ਵਰਤ ਕੇ ਪਤਾ ਲੱਗਦਾ, ਜਿੱਦਾਂ ਹੁਣ ਆਪਾਂ ਕਾਂਗਰਸ ਪਾਰਟੀ ਨੇ ਵਰਤੇ ਉਹਦੀਆਂ ਹੁਣ, ਪਰ ਇਹਨਾਂ ਦਾ ਜਿੱਦਾਂ ਕਬੀਰ ਦਾਸ ਜੀ ਦਾ ਇੱਥੋਂ ਮੈਨੂੰ ਪਤਾ ਲੱਗਾ ਸੀ, ਉਹ ਇਮਾਨਦਾਰ ਹੈ, ਕਿਸੇ ਕੋਲ ਉਹਨਾਂ ਨੇ ਅੱਜ ਤੱਕ ਪੈਸਾ ਨਹੀਂ ਲਿਆ। ਜੇ ਉਹਨਾਂ ਨੂੰ ਕੋਈ ਫੰਡ ਦਿੰਦਾ ਵੀ ਸੀ ਉਹਨਾਂ ਨੇ, ਤਾਂ ਵੀ ਉਹਨਾਂ ਕੋਲ ਕੋਈ ਫੰਡ ਨਹੀਂ ਲਿਆ। ਉਹਨਾਂ ਨੇ ਇਹੀ ਕਿਹਾ ਸੀ ਕਿ ਤੁਸੀਂ ਜਿਹੜੇ ਤੁਹਾਡੇ ਨਾਲ ਵਰਕਰ ਆ, ਉਹਨਾਂ ਨੂੰ ਲੋੜ ਆ ਉਹਨਾਂ ਨੂੰ ਦੇ ਦਿਓ, ਮੈਨੂੰ ਲੋੜ ਨਹੀਂ ਹੈ। ਤੁਸੀਂ ਕਿਹਾ ਕਬੀਰ ਦਾਸ ਜੀ ਪੈਸੇ ਲੈਂਦੇ, ਫੰਡ ਲੈਂਦੇ, ਕੀ ਕਾਂਗਰਸ ਫੰਡ ਲੈਂਦੀ ਹੁੰਦੀ ਸੀ, ਪੈਸਿਆਂ ਦਾ ਲੈਣ? ਦੇਖਿਏ ਉੱਥੇ ਤਾਂ ਸਾਰਾ ਹੀ ਬਕਾਊ ਸੀ। ਜੇ 5 ਲੱਖ ਸੀਗਾ, ਉੱਥੇ 13 ਨੰਬਰ 'ਚ ਮੇਰੀ ਟਿਕਟ ਅਨਾਊਂਸ ਸੀਗੀ। ਜੇ 10 ਹੋ ਗਿਆ, ਉੱਥੇ ਮੱਗੋ ਦੀ ਟਿਕਟ ਅਨਾਊਂਸ ਕਰ ਦਿੱਤੀ ਇਹਨਾਂ ਨੇ। ਦੇਖੋ ਫਿਰ ਇਹ ਤਾਂ ਨਹੀਂ, ਪੈਸੇ ਨਾਲ ਸਭ ਕੁਝ ਨਹੀਂ ਹੁੰਦਾ। ਫਿਰ ਜਦ ਪੈਸਾ ਹੀ ਦੇ ਕੇ ਕਰਨਾ, ਫਿਰ ਮਿਹਨਤ ਕਰਨ ਦੀ ਤਾਂ ਲੋੜ ਹੀ ਨਹੀਂ, ਫਿਰ ਆਪਣੇ ਬੱਚੇ ਰੋਲਣ ਦੀ ਲੋੜ ਨਹੀਂ, ਆਪਣਾ ਆਦਮੀ ਨਹੀਂ, ਆਪਣੇ ਘਰ-ਬਾਰ ਰੋਲਣ ਦੀ ਤਾਂ ਕੋਈ ਲੋੜ ਹੀ ਨਹੀਂ ਨਾ। ਫਿਰ ਤਾਂ ਪੈਸੇ ਸਿੱਟੋ, ਟਿਕਟ ਲੈ ਲਓ। ਐਮਸੀ ਦੀ ਤੁਸੀਂ ਕਹਿ ਰਹੇ ਟਿਕਟਾਂ ਵਾਸਤੇ 10-10 ਲੱਖ ਦੀ ਹੋਈ, ਫਿਰ ਕਿੰਨੀ ਕੁ ਐਮਸੀ ਨੂੰ ਕਮਾਈ ਹੈ ਵੀ ਜਿਹੜਾ 10 ਲੱਖ ਟਿਕਟ ਖਰੀਦ ਗਿਆ? ਦੇਖੋ ਇਹ ਤਾਂ ਮੈਂ ਤਾਂ ਐਮਸੀ ਬਣੀ ਨਹੀਂ ਹਜੇ, ਨਾ ਮੈਨੂੰ ਪਤਾ ਆ। ਇਹ ਤਾਂ ਉਹ ਐਮਸੀਆਂ ਨੂੰ ਹੀ ਪਤਾ ਨਾ ਜਿਨ੍ਹਾਂ ਨੇ ਪੈਸੇ ਦੇ ਕੇ ਟਿਕਟ ਲਈ ਆ ਜਾਂ ਕਿੱਦਾਂ। ਮੈਂ ਤਾਂ 1 ਰੁਪਈਆ ਨਹੀਂ ਦਿੱਤਾ, ਜਦ ਕਿ ਮੇਰਾ ਵੀ ਲੋਕਾਂ ਨੇ ਹੀ ਰੌਲਾ ਪਾਇਆ ਸੀ 7 ਨੰਬਰ 'ਚ 10 ਲੱਖ ਰੁਪਇਆ ਦੇ ਕੇ ਆਈ ਆ, 20 ਲੱਖ ਦੇ ਕੇ ਆਈ ਆ। ਮੈਂ 1 ਰੁਪਈਆ ਨਹੀਂ ਸੀ ਦੇ ਕੇ ਆਈ। ਜੇ ਮੈਂ ਪੈਸੇ ਦੇ ਕੇ ਲੈਣੀ ਸੀ, ਮੈਂ ਆਪਣੇ ਵਾਰਡ ਦੀ ਟਿਕਟ ਕਿਉਂ ਨਾ ਲੈਂਦੀ? ਹੋਈ ਹੈ ਵੈਸੇ ਟਿਕਟ ਦੀ ਖਰੀਦ ਫਰੋਖਤ ਹੋਈ ਹੈ ਇੱਥੇ? ਹਾਂਜੀ ਹੋਈ ਆ, ਉਹ ਖੁਦ ਹੀ ਕਹਿ ਰਹੇ, ਮੱਗੋ ਨੇ ਖੁਦ ਕਿਹਾ ਮੇਰੇ 5 'ਚ ਸੀ, ਮੈਨੂੰ ਮਿਲੀ ਨਹੀਂ। 10 'ਚ 11 'ਚ ਉਹਨੇ ਲਈ ਆ, 10 ਪਹਿਲੇ ਕਿ 11 'ਚ ਲਈ ਆ ਉਹਨੇ, 11 ਦੇ ਕੇ ਲਈ ਉਹਨੇ ਟਿਕਟ। ਇਸ ਦੇ ਬਾਰੇ ਇਹਨਾਂ ਦੇ ਪਤੀ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਲਾਰੇ ਲਗਾਏ ਨੇ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਬਣਦਾ ਮਾਣ ਸਨਮਾਨ ਅਤੇ ਅਹੁਦਾ ਵੀ ਨਹੀਂ ਦਿੱਤਾ, ਜਿਸ ਤੋਂ ਨਾਰਾਜ਼ ਹੋ ਕੇ ਉਹ ਪਾਰਟੀ ਛੱਡ ਰਹੇ ਨੇ। ਪਾਰਟੀ ਵਿੱਚ ਸੇਵਾ ਮੈਂ ਜੀ ਬਹੁਤ ਜਮਾਂਦਰੂ ਇੱਕ ਤਰ੍ਹਾਂ ਅਸੀਂ, ਮੈਂ ਕਾਂਗਰਸ ਦੇ ਨਾਲ ਜੁੜਿਆ ਹੋਇਆ ਅਤੇ ਅਸੀਂ ਦਿਨ ਰਾਤ ਮਿਹਨਤ ਕੀਤੀ ਹੈ, ਮੇਰੀ ਵਾਈਫ ਨੇ ਦਿਨ ਰਾਤ ਮਿਹਨਤ ਕੀਤੀ ਹੈ। ਜਦ ਕਿ ਕੋਈ ਨਹੀਂ ਇਹਨਾਂ ਦੀ ਕੋਠੀ 'ਚ ਹੁੰਦਾ ਸੀ, ਉਦੋਂ ਅਸੀਂ ਇਹਨਾਂ ਲਈ ਮਰੇ ਹਾਂ। ਪਰ ਹੁਣ ਇਹਨਾਂ ਨੇ ਜਦ ਸਾਡਾ ਟਾਈਮ ਆਇਆ, ਪਹਿਲਾਂ ਤਾਂ ਸਾਨੂੰ ਕਹਿੰਦੇ ਰਹੇ ਤੁਹਾਨੂੰ ਐਮਸੀ ਟਿਕਟ ਦੇਵਾਂਗੇ, ਐਮਸੀ ਟਿਕਟ ਦੇਵਾਂਗੇ। ਸਾਨੂੰ ਤਾਂ ਇਹ ਸੀ, ਸਾਨੂੰ ਮਤਲਬ ਜਿੰਨੀ ਸਾਡੀ ਮਿਹਨਤ ਕੀਤੀ ਹੋਈ ਸੀ ਵੀ ਕੋਈ ਨਾ ਕੋਈ ਸਾਨੂੰ ਚੇਅਰਮੈਨ ਨਹੀਂ ਮਿਲੂ, ਪਰ ਇਹਨੇ ਸਾਡੀ ਐਮਸੀ ਟਿਕਟ ਵੀ ਕੱਟਤੀ। ਜਦੋਂ ਐਮਸੀ ਟਿਕਟ ਇਹਨੇ ਕੱਟਤੀ ਤਾਂ ਮਤਲਬ ਕਿ ਅਸੀਂ ਜਿਹੜੀ ਟਿਕਟ ਹੈ ਇਹ ਰਾਹੁਲ ਗਾਂਧੀ ਜੀ ਵੱਲੋਂ ਟਿਕਟ ਅਨਾਊਂਸ ਕੀਤੀ ਗਈ ਸੀ। ਹਰੀਸ਼ ਰਾਵਤ ਜੀ ਨੂੰ ਫੋਨ ਕੀਤਾ ਗਿਆ ਸੀਗਾ ਵੀ ਟਿਕਟ 13 ਨੰਬਰ ਵਾਰਡ ਦੀ ਟਿਕਟ ਰੀਨਾ ਬਾਂਸਲ ਨੂੰ ਦੇਣੀ ਹੈ। ਉਹਦੇ ਵਿੱਚ ਵੀ ਮੰਤਰੀ ਜੀ ਲਵੇ ਫੋਨ ਆਏ ਹਰੀਸ਼ ਰਾਵਤ ਜੀ ਦੇ 3। ਇਹਨਾਂ ਨੇ ਫਿਰ ਪ੍ਰੈਸ਼ਰ ਹੇਠਾਂ ਆ ਕੇ ਮੈਨੂੰ ਕਹਿਤਾ ਵੀ ਤੈਨੂੰ 7 ਨੰਬਰ ਦੀ ਟਿਕਟ ਦਿੱਤੀ ਜਾਂਦੀ ਹੈ, 13 ਨੰਬਰ ਦੀ ਟਿਕਟ ਨਹੀਂ ਤੈਨੂੰ ਦਿੱਤੀ ਜਾਂਦੀ। ਅਤੇ ਮੈਂ ਇਹਨਾਂ ਨੂੰ ਕਿਹਾ ਜੀ ਮੈਨੂੰ 13 ਨੰਬਰ ਦੀ ਟਿਕਟ ਦਿਓ, ਪਰ ਇਹਨਾਂ ਨੇ ਮੇਰੀ ਇਹਨੂੰ ਕਹਿੰਦੇ ਤੈਨੂੰ ਜਿੱਤਣਾ ਹੈ, ਰੀਨਾ ਨੇ ਜਿਤਾ ਦੂੰ ਮੈਂ ਆਪੀ, ਤੂੰ ਉੱਧਰ ਜਾ ਕੇ ਇਲੈਕਸ਼ਨ ਲੜੋ। ਰੀਨਾ ਦੀ ਗੱਲ ਕਰਾਈ ਆਸ਼ੂ ਡੈਰੀ ਵਾਲੇ ਨਾਲ, ਆਸ਼ੂ ਡੈਰੀ ਵਾਲਿਆਂ ਨੇ ਭਰੋਸਾ ਦਿੱਤਾ ਵੀ ਤਰੋ ਮਨੋ ਤੁਹਾਨੂੰ ਮੈਂ ਤੁਹਾਨੂੰ ਜਿਤਾ ਕੇ ਲੈ ਕੇ ਆਊਂਗਾ। ਪਰ ਜਿਸ ਦਿਨ ਅਸੀਂ ਪੇਪਰ ਫਾਈਲ ਕਰਨ ਲਈ ਉਹਨੂੰ 30 ਤਰੀਕ ਨੂੰ ਫੋਨ ਕੀਤਾ ਵੀ ਅਸੀਂ 1 ਤਰੀਕ ਨੂੰ ਪੇਪਰ ਫਾਈਲ ਕਰਨੇ ਆ, ਉਸ ਟਾਈਮ ਉਹਨੇ ਕਹਿਤਾ ਵੀ ਤੁਸੀਂ ਪੈਸੇ ਲੈ ਕੇ ਬੈਠ ਜਾਓ, ਤੁਹਾਡੇ ਪੱਲੇ ਕੁਛ ਨਹੀਂ। ਸਾਨੂੰ ਮੰਤਰੀ ਜੀ ਨੇ ਕਿਹਾ, ਸਾਫ਼ ਲਫ਼ਜ਼ਾਂ 'ਚ ਕਿਹਾ, ਅੱਜ ਜੋ ਮਰਜ਼ੀ ਕਹੀ ਜਾਣ। ਬਿੱਟੂ ਬੈਟਰੀ ਨੇ ਵੀ ਕਿਹਾ, ਦਲੀਪ ਬਿੱਟੂ ਨੇ ਵੀ ਸਾਨੂੰ ਮੰਤਰੀ ਜੀ ਨੇ ਕਿਹਾ ਵੀ ਮੋਂਟੂ ਭੁੱਜੇ ਦੀ ਕਰਨੀ ਹੈ, ਇਹਨਾਂ ਨੂੰ ਆਪਾਂ ਭਜਾਣਾ ਹੈ।
ਤੇ ਸਾਨੂੰ ਬੜਾ ਦੁੱਖ ਲੱਗਿਆ ਵੀ ਜਦ ਵੀ ਸਾਡੀ ਇੰਨੀ ਮਿਹਨਤ, ਇੱਕ ਪਾਸੇ ਕੁੜੀ ਕਹਿ ਰਹੇ ਨੇ, ਇੱਕ ਪਾਸੇ ਆਹ ਲਫ਼ਜ਼ ਵਰਤ ਰਹੇ ਨੇ। ਇੱਕ ਪਾਸੇ ਤਾਂ ਤੁਹਾਡੇ ਕੋਲੇ ਆਉਦਾ ਕਾਂਗਰਸ ਪਾਰਟੀ ਹਾਂਜੀ, ਦਾ ਹਾਂ, ਵੱਡਾ ਉਹਦਾ ਹਾਂਜੀ, ਹਾਂਜੀ, ਮੰਟੂ ਪਹੂਜਾ ਕੱਲ ਆਇਆ ਆਜ਼ਾਦ ਤੌਰ ਤੇ ਉਹਨੂੰ ਜਿਤਾ ਰਹੇ ਨੇ। ਹਾਂਜੀ ਹਾਂਜੀ ਹਾਂਜੀ, ਕੀ ਕਾਰਨ ਹੈ ਇਹਦੇ ਵਿੱਚ? ਇਹਦੇ ਇਹੀ ਦੱਸ ਸਕਦੇ ਨੇ, ਹੁਣ ਸਾਡੇ ਤੇ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਵੀ ਕਿਉਂ ਸਾਡੇ ਨਾਲ ਐਡਾ ਵੱਡਾ ਧੋਖਾ ਕੀਤਾ ਇਹਨਾਂ ਨੇ। ਸਾਨੂੰ ਆ ਸਾਰਾ ਸ਼ਹਿਰ ਕਹਿ ਰਿਹਾ, ਸਾਰੇ ਆਫੀਸਰ ਕਹਿ ਰਹੇ ਨੇ। ਸੈਂਟਰ 'ਚ ਰਾਮਾ ਕ੍ਰਿਸ਼ਨ ਜੀ ਨਾਲ ਗੱਲ ਹੋਈ ਔਰ ਸੁਸ਼ਾਂਤ ਮਿਸ਼ਰਾ ਜੀ ਨਾਲ ਗੱਲ ਹੋਈ, ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਨਾਲ ਤਾਂ ਸਮਝ ਨਹੀਂ ਆਇਆ ਵੀ ਇਹ ਕਿਉਂ ਕੀਤਾ। ਸਾਡੇ ਕਹਿਣ ਦੇ ਬਾਵਜੂਦ ਵੀ ਤੁਹਾਡੀ ਟਿਕਟ ਬਦਲਤੀ। ਉਹਨਾਂ 'ਚ ਵੀ ਇਹ ਰੋਸ ਹੈ ਇਸ ਗੱਲ ਦਾ। ਅਸੀਂ 19 ਤਰੀਕ ਨੂੰ ਰਾਹੁਲ ਗਾਂਧੀ ਦਾ ਜਨਮ ਦਿਨ ਸੀਗਾ, ਉੱਥੇ ਅਸੀਂ ਗਏ ਸੀਗੇ। ਉਹਨਾਂ ਵੀ ਸਾਨੂੰ ਕਿਹਾ ਵੀ ਤੁਸੀਂ ਇਹਨੂੰ ਜਵਾਬ ਦੇ ਦਿੰਦੇ, ਸਭ ਤੋਂ ਕਹਾਇਆ ਵੀ ਟਿਕਟ ਬਦਲਤੀ। ਵੀ ਉਹ ਵੀ ਆਪਣੀ ਬੇਇੱਜ਼ਤੀ ਸਮਝ ਰਹੇ ਨੇ ਵੀ ਅਸੀਂ ਸੈਂਟਰ 'ਚੋਂ ਇੱਕ MC ਟਿਕਟ ਲਈ ਕਿਹਾ ਸੀ। ਪਹਿਲੀ ਵਾਰ ਉਹਨਾਂ ਨੇ ਮੈਨੂੰ ਕਿਹਾ ਵੀ ਹਿਸਟਰੀ 'ਚ ਪਹਿਲੀ ਵਾਰ ਹੋਇਆ ਵੀ ਰਾਹੁਲ ਆਫਿਸ ਦੇ ਵਿੱਚੋਂ ਇੱਕ MC ਟਿਕਟ ਲਈ ਫੋਨ ਗਿਆ ਹੋਵੇ, ਯਾਰ ਉਹ ਟਿਕਟ ਫੋਨ ਹੀ ਨਹੀਂ ਗਿਆ ਕਦੇ ਉਹਨਾਂ ਨੇ, ਬਲਕਿ ਹੋਣ ਦੇ ਬਾਵਜੂਦ ਵੀ ਵਾਰਡ ਚੇਂਜ ਕਰਤਾ, 13 ਤੋਂ 7 ਨੰਬਰ ਕਰਤਾ। ਇਹ ਮੈਨੂੰ ਨਹੀਂ ਸਮਝ ਆਇਆ ਵੀ ਮੰਗੋ ਜੀ ਨਾਲ ਐਡਾ ਕਿੱਡਾ ਪ੍ਰੇਮ ਪਿਆਰ ਮੰਤਰੀ ਜੀ ਦਾ ਸੀਗਾ ਵੀ ਜਿਹੜੀ ਲੇਡੀ ਕਦੇ ਅੱਜ ਤੱਕ ਕਦੇ ਉੱਥੇ ਕੋਠੀ ਦੇ ਮੂਹਰੇ ਦੀ ਨਹੀਂ ਲੰਘੀ, ਉਹਨੂੰ ਟਿਕਟ ਦਿੱਤੀ ਗਈ। ਇੱਕ ਬੜਾ ਰੋਸ ਮੈਨੂੰ ਇਸ ਗੱਲ ਦਾ ਵੀ ਜਿਨ੍ਹਾਂ ਨੇ ਕਦੇ ਕੋਠੀ ਦੇ ਮੂਹਰੇ ਵੀ ਨਹੀਂ ਲੰਘਿਆ। ਬਾਤਸ ਦੀ ਘਰ ਵਾਲੀ ਮੈਨੂੰ ਇੱਕ ਵਾਰ ਦੱਸ ਦੇਵੇ ਵੀ ਮੈਂ ਕਦੇ ਕੋਠੀ ਗਈ ਸੀ। ਸ਼ੈਂਡੀ ਦੀ ਘਰ ਵਾਲੀ ਦੱਸ ਦੇਵੇ ਮੈਨੂੰ ਕੋਠੀ ਗਈ ਸੀ। ਮੇਸ਼ੀ ਦੀ ਘਰ ਵਾਲੀ ਮੈਨੂੰ ਦੱਸ ਦੇ ਕੋਠੀ ਗਈ ਸੀ। ਇਹਨਾਂ ਨੂੰ ਟਿਕਟਾਂ ਘਰੇ ਬੈਠਿਆਂ ਨੂੰ ਦਿੱਤੀਆਂ ਗਈਆਂ। ਇਹੀ ਮੈਨੂੰ ਸਮਝ ਨਹੀਂ ਆਈ ਵੀ ਇੱਕ ਜਿਹੜੀ ਲੇਡੀ ਹੈ ਮਰ ਰਹੀ ਹੈ, ਮੈਂ ਇੱਕ ਐਜ ਇਹਦੇ ਵਰਕਰ, ਮੈਂ ਛੱਡੋ ਮੇਰੀ ਇਹ ਧਰਮ ਪਤਨੀ ਹੈ, ਪਰ ਮੈਂ ਐਜ ਵਰਕਰ ਸੋਚਦਾ ਵੀ ਇੰਨੀ ਜ਼ਿਆਦਾ ਮਤਲਬ ਕਿ ਵੀ ਇੰਨੀ ਬੇਕਦਰੀ ਲੇਡੀਜ਼ ਦੀ ਵੀ ਚੱਕ ਕੇ ਉਹਨੂੰ ਰੋਲ ਹੀ ਦਿੱਤਾ ਵੀ ਘੱਟੋ ਘੱਟ ਇੰਨੀ ਕੁ ਤਾਂ ਸ਼ਰਮ ਚਾਹੀਦੀ ਸੀ ਵੀ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਉਹਨੂੰ ਇੱਕ ਕੀ ਹੁੰਦਾ MC, ਕੁਛ ਵੀ ਨਹੀਂ ਹੁੰਦਾ ਮੇਰੇ ਹਿਸਾਬ ਨਾਲ MC। ਜੇ ਮੇਰੇ ਖਿਆਲ ਮੈਨੂੰ ਜੇ ਪਤਾ ਹੁੰਦਾ ਵੀ ਮੈਂ MC ਇਲੈਕਸ਼ਨ ਲਈ ਟਿਕਟ ਮੰਗ ਰਿਹਾ, ਮੈਂ ਇਲੈਕਸ਼ਨ ਵੀ ਨਹੀਂ ਲੜਦਾ ਸੀ। ਮੇਰਾ ਪ੍ਰਧਾਨਗੀ ਇਹ ਟਿਕਟ ਵੀ ਮੇਰੀ ਤਾਂ ਕੱਟੀ ਗਈ ਕਿਉਂਕਿ ਮੈਂ ਪ੍ਰਧਾਨਗੀ ਦਾ ਕੈਂਡੀਡੇਟ ਸੀ। ਲੱਗਦਾ ਵੀ ਪੈਸਿਆਂ ਕਰਕੇ, ਜੇ ਪੈਸੇ ਹੁੰਦੇ ਤਾਂ ਟਿਕਟ ਜਿੱਥੇ ਮਰਜ਼ੀ ਲੈ ਲੈਂਦੇ, ਚਾਹ ਕੇ ਲੈਂਦੇ ਜੇ ਪੈਸੇ ਖੁੱਲ੍ਹੇ ਹੁੰਦੇ। ਜੇ ਪੈਸੇ ਹੁੰਦੇ ਸਾਡੇ ਨਾਲ ਅਸੀਂ ਜਿੱਥੇ ਮਰਜ਼ੀ ਲੈਂਦੇ ਸੀ, ਪੈਸੇ ਬਣਾਏ ਹੁੰਦੇ ਸੀ। ਪੈਸੇ ਖਰਚੀਏ ਕਿਉਂ ਜੇ ਅਸੀਂ ਮਿਹਨਤ ਕੀਤੀ ਵੀ ਹੈ, ਜਿੱਥੇ ਮਰਜ਼ੀ ਟਿਕਟ ਲੈ ਸਕਦੇ ਸੀਗੇ। ਬਾਕੀ MC ਨੇ ਪੈਸੇ ਲੈ ਕੇ ਟਿਕਟਾਂ ਲੱਤੀਆਂ, ਇਹ ਪਤਾ ਨਹੀਂ ਕਿਵੇਂ ਲਿੱਤੀਆਂ ਨੇ, ਬਸ ਮੈਨੂੰ ਤਾਂ ਇੰਨਾ ਪਤਾ ਹੈ ਵੀ ਸਾਡੀ ਬੇਕਦਰੀ ਹੋਈ ਹੈ। ਜਿਵੇਂ ਹੁਣ ਅਕਾਲੀ ਦਲ 'ਚ ਤੁਸੀਂ ਕਿਉਂਕਿ ਕਿੰਨਾ ਕੁ ਹੁਣ ਜਿਹੜਾ ਹੈਗਾ ਸੁਖਬੀਰ ਬਾਦਲ ਨੇ ਤੁਹਾਨੂੰ ਥਾਪੜਾ ਇਹ ਜੀ ਇਸ ਤਰ੍ਹਾਂ ਅਕਾਲੀ ਦਲ 'ਚ ਅਸੀਂ ਗਿਆ, ਬਾਊ ਕਬੀਰ ਦਾਸ ਜੀ ਦਾ ਜੋ ਸੁਣਨ 'ਚ ਆਇਆ ਹੈ, ਅੱਜ ਤੱਕ ਸੁਣਿਆ ਵੀ ਅੱਜ ਤੱਕ ਇਹਨਾਂ ਨੇ ਕਿਸੇ ਤੋਂ ਵੀ ਜੇ ਕੋਈ ਧੱਕੇ ਨਾਲ ਵੀ ਇਲੈਕਸ਼ਨ ਫੰਡ ਦਿੰਦਾ ਤਾਂ ਇਹਨਾਂ ਨੇ ਨਹੀਂ ਲਿੱਤਾ। ਇਹਨਾਂ ਨੇ ਉਲਟਾ ਉਹਨੂੰ ਲੱਖ 2 ਲੱਖ ਹੋ ਪਾ ਕੇ ਦੇਦਾ ਵੀ ਤੂੰ ਕੋਈ ਗੱਲ ਨਹੀਂ ਉੱਥੇ ਆਪਣੇ ਬਾੜ 'ਚ ਖਰਚੋ, ਤੁਸੀਂ ਵੀ ਮੈਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਹੈਗੀ। ਵੀ ਇਸੇ ਇਮਾਨਦਾਰੀ ਦੇ ਨਾਲ ਅਸੀਂ ਵੀ ਇੰਨੇ ਵਧੀਆ ਇਮਾਨਦਾਰ ਬੰਦੇ ਅਸੀਂ ਇਹਨਾਂ ਨਾਲ ਜੁੜੇ ਹਾਂ। ਕਾਂਗਰਸ ਪਾਰਟੀ ਦੇ ਵਿੱਚ ਸੁਣਵਾਈ ਨਾ ਹੋਣ ਕਾਰਨ ਵਪਾਰ ਮੰਡਲ ਦੇ ਪ੍ਰਧਾਨ ਨੇ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਮਜਬੂਰੀਆਂ ਇਹੀ ਨੇ ਸਰ ਵੀ ਕਾਕਾ ਰਣਦੀਪ ਸਿੰਘ ਜੀ ਮੈਨੂੰ ਨੇ ਜੁਆਇਨ ਕਰਵਾਇਆ ਸੀ ਬਹੁਤ ਟਾਈਮ ਪਹਿਲਾਂ, ਤਾਂ ਅਸੀਂ ਉਹਨਾਂ ਦੇ ਨਾਲ ਖੜੇ ਥੇ। ਉਹ ਚਲੇ ਗਏ ਅਮਲੋ, ਜਿੱਤ ਗਏ। ਉਸ ਤੋਂ ਬਾਅਦ ਆਪਣੇ ਨਾਭੇ ਦੇ ਵਿੱਚ ਵਕੀਲਾਂ ਦਾ ਮੰਤਰੀ ਸਾਧੂ ਸਿੰਘ ਜੀ ਆ ਗਏ। ਉਹ ਸਾਰਿਆਂ ਦੇ ਉਹਨਾਂ ਨੇ ਸਾਰਿਆਂ ਨੂੰ ਉਹਨਾਂ ਦੇ ਹਵਾਲੇ ਕਰਤਾ ਵੀ ਤੁਸੀਂ ਪਾਰਟੀ ਦੀ ਸੇਵਾ ਕਰੋ। ਅਸੀਂ ਸੇਵਾ ਕੀਤੀ, ਉਹਨਾਂ ਦੇ ਨਾਲ ਤੁਰੇ ਬਹੁਤ ਟਾਈਮ। ਜਦੋਂ ਉਹਨਾਂ ਦੇ ਨਾਲ ਕੋਈ ਨਹੀਂ ਤੁਰਦਾ ਸੀ, ਉਦੋਂ ਅਸੀਂ ਮੈਸੇਜ ਕਰਕੇ ਉਹਨਾਂ ਨੇ ਸਾਨੂੰ ਬੁਲਾਇਆ ਔਰ ਇਹ ਗੱਲ ਕਹੀ ਵੀ ਤੁਸੀਂ ਸਾਡੇ ਨਾਲ ਤੁਰੋ। ਕਈ ਜਗ੍ਹਾ ਧਰਨੇ ਵੀ ਲਾਏ, ਹੋਰ ਕੀਤਾ। ਜਦੋਂ ਟਾਈਮ ਆਇਆ ਸਾਡਾ, ਉਸ ਤੋਂ ਬਾਅਦ ਮੰਤਰੀ ਨੇ ਸਾਡੀ ਕੋਈ ਨਹੀਂ ਸੁਣਾਈ ਕੀਤੀ। ਤੁਸੀਂ ਵਪਾਰ ਮੰਡਲ ਦੇ ਪ੍ਰਧਾਨ ਵੀ ਰਹੇ, ਹੁਣ ਵਪਾਰੀ ਵੀ ਇਸ ਤੋਂ ਨਾਰਾਜ਼ ਇਸ ਚੀਜ਼ਾਂ ਲੈ ਕੇ? ਮੈਂ ਵਪਾਰ ਮੰਡਲ ਦਾ ਪ੍ਰਧਾਨ ਜ਼ਰੂਰ ਹਾਂ ਔਰ ਰਹਾਂਗਾ। ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਕੋਈ ਇਹੋ ਜਿਹਾ ਕੰਮ ਨਾ ਕਰੇ ਜਿਹਦੇ ਵਿੱਚ ਸਾਰਿਆਂ ਨੂੰ ਇਸ ਗੱਲ ਦਾ ਮਹਿਸੂਸ ਹੋਵੇ, ਸ਼ਹਿਰ ਵਾਸੀਆਂ ਨੂੰ ਮਹਿਸੂਸ ਹੋਵੇ ਵੀ ਮਾੜਾ ਕਰ ਰਿਹਾ ਮੈਂ ਕੰਮ ਜੋ ਵੀ ਕਰ ਰਿਹਾ। ਅਸੀਂ ਇਹਦੇ ਪ੍ਰਤੀ ਇੰਨਾ ਕੰਮ ਕੀਤਾ ਹੈ, ਇਹ ਪਰਮਾਤਮਾ ਨੂੰ ਪਤਾ ਹੈ ਵੀ ਇਹਦੇ ਦੁੱਖ ਸੁੱਖ 'ਚ ਖੜ੍ਹੇ ਹਾਂ ਜਾ ਕੇ, ਪਰ ਇਹ ਦੁੱਖ ਸੁੱਖ 'ਚ ਸਾਡੇ 'ਚ ਆ ਕੇ ਨਹੀਂ ਖੜਿਆ ਅੱਜ ਤਾਈਂ। ਇਹ ਪਤਾ ਨਹੀਂ ਕਿਉਂ ਨਾਰਾਜ਼ਗੀ ਹੈ। ਜਿਵੇਂ ਕੋਈ ਆਪਣੇ ਜਿੰਨੇ ਕੁ MC ਨੇ ਜਿਵੇਂ ਉਹਨੂੰ ਸਮਝਾਉਂਦੇ ਤੇ ਉਵੇਂ ਉਹ ਉਨੀ ਕੁ ਗੱਲ ਕਰਦਾ ਸੀ ਵੀ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ। ਇਹ ਸ਼ਹਿਰ ਦੇ ਵਿੱਚ ਜਿਹੜਾ ਮੈਸੇਜ ਜਾਊਗਾ ਹੁਣ ਬਹੁਤ ਚੰਗਾ ਨਹੀਂ ਜਾਊਗਾ। ਤੇ ਆਉਣ ਵਾਲੇ ਟਾਈਮ ਵਿੱਚ ਲੱਗਦਾ ਵੀ ਜਿਹੜੇ ਹੈਗੇ ਇੱਥੋਂ ਕਾਂਗਰਸ ਖਤਮ ਹੋ ਜੂ, ਜਦੋਂ ਐਡੇ ਐਡੇ ਉਹਦੇ ਵਾਲੇ ਪਿੱਛੇ ਹਟ ਰਹੇ ਨੇ।
ਇਹ ਮੈਨੂੰ ਦੇਖ ਕੇ ਜਾਂ ਹੋਰ ਨੂੰ ਦੇਖ ਕੇ ਲੋਕ ਦੇਖਣਗੇ ਵੀ ਕਿਹੜਾ ਬੰਦਾ ਸਹੀ ਹੈ ਜਾਂ ਕਿਹੜਾ ਗਲਤ ਹੈ, ਉਹ ਆਪੇ ਹੀ ਆਟੋਮੈਟਿਕ ਹੀ ਹਟ ਜਾਣਗੇ। ਅੱਜ ਨਹੀਂ 4 ਦਿਨ ਨੂੰ ਠਹਿਰ ਕੇ ਆ ਜਾਣਗੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਜੇ ਕੋਈ ਗਲਤ ਕੰਮ ਕਰੋਗੇ ਤਾਂ ਗਲਤੀਆਂ ਭੁਗਤਣੀਆਂ ਪੈਣਗੀਆਂ ਤੁਹਾਨੂੰ। ਸ਼ਹਿਰ ਦੇ ਵਿੱਚ ਕੋਈ ਬਹੁਤ ਵਧੀਆ ਕੰਮ ਨਹੀਂ ਹੋ ਰਿਹਾ ਤੁਹਾਡੇ ਨਾਲ। ਮੰਤਰੀ ਚਹੀਤਿਆਂ ਨੂੰ ਲੈ ਕੇ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਨਾਲ ਰੱਖਦੇ ਆ, ਬਾਕੀਆਂ ਦੀ ਸੁਣਵਾਈ ਨਹੀਂ ਕਰਦੇ? ਬਿਲਕੁਲ ਨਹੀਂ ਕਰਦੇ ਜੀ, ਬਾਕੀਆਂ ਦੀ ਸੁਣਾਈ ਬਿਲਕੁਲ ਨਹੀਂ ਕਰਦੇ। ਜਿਹੜੇ ਉਹਦੇ ਮੂਹਰੇ 5-4 ਬੰਦੇ ਨੇ ਉਹਨਾਂ ਦੀ ਸੁਣਾਈ ਹੈ। ਇਹ ਇਗਨੋਰ ਜਿਹੜੇ ਅਸੀਂ ਲੋਕ ਥੇ ਵਪਾਰ ਮੰਡਲ ਵਾਲੇ, ਸਾਨੂੰ ਬਿਲਕੁਲ ਇਗਨੋਰ ਕੀਤਾ। ਔਰ ਸ਼ਹਿਰ ਦੇ ਵਿੱਚ ਸਾਡੇ ਪ੍ਰਤੀ ਜਾ ਕੇ ਸਾਡੇ ਹੀ ਬੰਦਿਆਂ ਨੇ ਉਹਨਾਂ ਦੇ ਜਿਹੇ ਜਿਹੇ ਕੰਨ ਭਰੇ, ਉਹਨਾਂ ਨੇ ਉਹੋ ਜਿਹੀ ਕੰਮ ਕੀਤਾ ਸਾਡੇ ਨਾਲ। ਕੋਈ ਬਹੁਤ ਵਧੀਆ ਗੱਲ ਨਹੀਂ ਹੈ ਸ਼ਹਿਰ 'ਚ। ਉਹਨਾਂ ਨੂੰ ਜੇ ਕੋਈ ਸਾਡੇ 'ਤੇ ਕੋਈ ਨਾਰਾਜ਼ਗੀ ਤੀ, ਉਹ ਸਾਨੂੰ ਬੁਲਾਉਂਦੇ, ਉਹ ਕਹਿੰਦੇ ਟਾਲ ਸਾਹਿਬ ਵੀ ਤੁਸੀਂ ਆਹ ਗਲਤ ਕੰਮ ਕਰ ਰਹੇ ਹੋ। ਜੇ ਕੋਈ ਅਸੀਂ ਗਲਤ ਕੰਮ ਕਰਦੇ ਉਹਨਾਂ ਜੁੱਤੀ ਲਾਉਂਦੇ, ਸਾਡੇ ਠੋਕਦੇ। ਅਸੀਂ ਨਾ ਤਾਂ ਕੋਈ ਅੱਜ ਤੇ 1 ਰੁਪਈਆ ਲਿਆ ਨਾ ਲਵਾਂਗੇ, ਔਰ ਸ਼ਹਿਰ ਦੀ ਸੇਵਾ ਕਰਾਂਗੇ ਪੂਰੀ। ਸਾਨੂੰ ਉਸ ਤੋਂ ਬਾਅਦ ਜਦੋਂ ਨਹੀਂ ਸੁਣਾਈ ਹੋਈ ਸਾਡੀ, ਤਾਂ ਸਾਨੂੰ ਫੈਸਲਾ ਲੈਣਾ ਪੈ ਗਿਆ ਵੀ ਸਾਨੂੰ ਹੁਣ ਇਹ ਕੰਮ ਬਿਲਕੁਲ ਖਰਾਬ ਹੈ, ਵੀ ਇਸ ਪਾਰਟੀ ਨੂੰ ਤੁਸੀਂ ਅਲਵਿਦਾ ਕਹੋ। ਅਤੇ ਉਸ ਤੋਂ ਬਾਅਦ ਸਾਨੂੰ ਕਬੀਰਦਾਸ ਜੀ ਦਾ ਪਤਾ ਲੱਗਿਆ ਵੀ ਇੱਕ ਇਹੋ ਜਿਹੇ ਸ਼ਖਸ ਆਏ ਨੇ ਵੀ ਨਾ ਤਾਂ ਕੋਈ ਪੈਸਾ ਲੈਣ ਨਾ ਦੇਣ, ਔਰ ਆਪਣੇ ਪੱਲਿਓਂ ਹੀ ਸੇਵਾ ਉਹ ਕਰ ਰਹੇ ਨੇ ਸ਼ਹਿਰ ਦੀ ਪੂਰੀ, ਵੀ ਇਹਨਾਂ ਦਾ ਸਾਥ ਦਿਓ। ਔਰ ਸਾਡਾ ਮਨ ਨੂੰ ਉਹਨਾਂ ਨੇ ਜਚਾਇਆ ਆ ਕੇ ਕਬੀਰਦਾਸ ਜੀ ਨੇ, ਅਤੇ ਅਸੀਂ ਉਹਨਾਂ ਦੇ ਨਾਲ ਤੁਰ ਪਏ। ਦੱਸ ਦਈਏ ਕਿ ਚੋਣਾਂ ਦੇ ਨਜ਼ਦੀਕ ਆਉਣ ਦੇ ਉੱਤੇ ਸਿਆਸੀ ਫੇਰ ਬਦਲ ਵੀ ਸ਼ੁਰੂ ਹੋ ਜਾਂਦੀ ਹੈ। ਹੁਣ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਆਪਣੇ ਅੰਦਰੂਨੀ ਕਲੇਸ਼ ਨੂੰ ਮਿਟਾ ਕੇ 2022 ਦੀ ਚੋਣਾਂ ਦੇ ਵਿੱਚ ਕੀ ਰੋਲ ਅਦਾ ਕਰਦੀ ਹੈ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੌਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।